ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨਵਾਦ ਗੁਰੂ ਮਹਾਰਾਜ ਦਾ, ਗੁਰੂ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦਾ, ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ, ਗੁਰੂ ਮਹਾਰਾਜ ਦੀ ਬਖਸ਼ੀ ਹੋਈ ਇਲਾਹੀ ਬਾਣੀ ਪੰਜਮ ਪਿਤਾ ਗੁਰੂ ਨਾਨਕ ਪਿਤਾ ਦੀ ਪੰਜਵੀਂ ਜੋਤ ਪ੍ਰਤੱਖਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਰਚਨਾ ਫੁਨੈ ਦੇ ਦਰਸ਼ਨ ਅਸਾਂ ਰਲ ਮਿਲ ਕੇ ਪਿਛਲੇ ਕੁਝ ਸਮੇਂ ਤੋਂ ਕਰਨ ਦਾ ਯਤਨ ਕਰ ਰਹੇ ਹਾਂ, ਸਮਝਣ ਦਾ ਯਤਨ ਕਰ ਰਹੇ ਹਾਂ। ਗੁਰੂ ਮਹਾਰਾਜ ਦੀ ਇਲਾਹੀ ਰਚਨਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 1361 ਤੋਂ 1363 ਤੇ ਸ਼ੁਭਾਇਮਾਨ ਹੈ। ਹੁਣ ਤੱਕ ਅਸਾਂ ਰਲ ਮਿਲ ਕੇ ਗੁਰੂ ਮਹਾਰਾਜ ਦੀ ਇਲਾਹੀ ਰਚਨਾ ਦੇ 23 ਬੰਦ ਵਿੱਚੋਂ 18 ਬੰਦ ਦੇ ਦਰਸ਼ਨ ਕੀਤੇ। ਇੱਕ ਗੱਲ ਧਿਆਨ ਦੇਣੀ ਹੈ, ਪਿਛਲੇ ਕੁਝ ਸਮੇਂ ਤੋਂ ਅਸਾਂ ਗਲਤੀ ਕਰ ਰਹੇ ਸਾਂ। ਟੋਟਲ 23 ਬੰਦ ਨੇ, 23 ਬੰਦ ਦਾ ਸੰਗ੍ਰਹਿ ਰਚਨਾ ਹੈ, ਜਿਸ ਵਿੱਚੋਂ ਅਸਾਂ ਹੁਣ ਤੱਕ 18 ਬੰਦ ਦੇ ਦਰਸ਼ਨ ਕੀਤੇ, ਵਿਚਾਰਨ ਦਾ ਯਤਨ ਕੀਤਾ, ਆਪਸ ਵਿੱਚ ਰਲ ਮਿਲ ਕੇ ਗੁਰੂ ਦੀ ਇਲਾਹੀ ਰਚਨਾ ਰਾਹੀਂ ਸੇਧ ਲੈਣ ਦਾ ਯਤਨ ਕੀਤਾ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਜਿੰਨੀ ਕੁ ਮਤ ਗੁਰੂ ਮਹਾਰਾਜ ਨੇ ਬਖਸ਼ੀ ਉਸ ਅਨੁਸਾਰ ਆਪਸ ਵਿੱਚ ਅਸਾਂ ਰਲ ਮਿਲ ਕੇ ਵਿਚਾਰਾਂ ਕਰਨੀਆਂ ਹਨ। ਬਖਸ਼ਿਸ਼ ਕਰਨ ਗੁਰੂਦੇਵ ਅੰਗ ਸੰਗ ਸਹਾਈ ਹੋ ਕੇ ਬਾਣੀ ਪੜ੍ਹਦਿਆਂ ਵਿਚਾਰਦਿਆਂ ਹੋਣ ਵਾਲੀਆਂ ਭੁੱਲਾਂ ਤੋਂ ਬਚਾਓ। ਬਾਣੀ ਦੇ ਗੁਣ, ਬਾਣੀ ਦੀ ਸਿੱਖਿਆ ਮਨਾਂ ਵਿੱਚ ਘਰ ਘਰੇ ਨਿੱਕੋ ਅਰਦਾਸ। ਗੁਰੂ ਮਹਾਰਾਜ ਦੀ ਇਲਾਹੀ ਰਚਨਾ ਫੁਨੈ, ਇਲਾਹੀ ਬਚਨਾਂ ਦੇ ਦਰਸ਼ਨ ਕਰਦਿਆਂ ਹੋਇਆਂ ਸਮਝ ਆਉਂਦੀ ਹੈ ਗੁਰੂ ਮਹਾਰਾਜ ਇੱਥੇ ਪੂਰੇ ਮਨੁੱਖ ਮਾਤਰ ਤੇ ਕਿਰਪਾ ਕਰਦੇ ਨੇ, ਦ੍ਰਿੜ ਕਰਾਉਂਦੇ ਨੇ, ਦੇਸ਼ ਬਖਸ਼ਦੇ ਨੇ, ਚੇਤਨ ਕਰਾਉਂਦੇ ਨੇ, ਸਮਝਾਉਂਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਨੂੰ ਵਿਸਾਰ ਕੇ, ਪਰਮਾਤਮਾ ਦੀ ਯਾਦ ਨੂੰ ਭੁਲਾ ਕੇ ਜਿਹੜਾ ਮਨੁੱਖੀ ਮਨ ਹੈ ਉਹ ਆਤਮਕ ਜੀਵਨ ਵੱਲੋਂ ਕਮਜ਼ੋਰ ਪੈ ਜਾਂਦਾ ਹੈ। ਪਿੱਛੇ ਅਸੀਂ ਪਿਛਲੀ ਕਲਾਸ ਵਿੱਚ 3 ਬੰਦ ਦੇ ਦਰਸ਼ਨ ਕੀਤੇ, ਜਿੱਥੇ ਗੁਰੂ ਮਹਾਰਾਜ ਨੇ ਸਾਨੂੰ ਬੜੇ ਪਿਆਰ ਨਾਲ ਅਲਰਟ ਕਰਾਇਆ, ਸਮਝਾਇਆ, ਸਾਨੂੰ ਸਮਝਾਇਆ ਕਿ ਇਹ ਜਿਹੜਾ ਸਾਡਾ ਮਨ ਹੈ ਨਾ, ਜਿਹਦੀ ਸਾਰੀ ਖੇਡ ਹੈ, ਸਵਾਰਨਾ ਇਹਨੂੰ ਹੈ, ਔਰ ਸਵਰਨਾ ਕਿਸ ਤਰ੍ਹਾਂ ਹੈ? ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਇਸ ਮਨ ਨੂੰ ਧੋਣਾ ਹੈ, ਮਨ ਨੂੰ ਘੜਨਾ ਹੈ, ਕਲਟੀਵੇਟ ਕਰਨਾ ਹੈ। ਜਿਸ ਰਾਹੀਂ ਜੀਵਨ ਦੀ ਅਸਲੀ ਜੁਗਤ ਸਮਝ ਆਣੀ ਹੈ, ਜੀਵਨ ਦਾ ਅਸਲੀ ਰਸਤਾ, ਅਸਲੀ ਮਕਸਦ ਸਮਝ ਆਣਾ ਹੈ। ਮਕਸਦ ਕੀ ਹੈ? ਮਕਸਦ ਹੈ ਗੋਬਿੰਦ ਮਿਲਣ ਕੀ ਹੈ। ਮਕਸਦ ਹੈ ਉਸ ਪਰਮਾਤਮਾ ਦੇ ਗੁਣ ਧਾਰਨ ਕਰਨਾ, ਉਹਦੀ ਯਾਦ ਨੂੰ ਮਨ ਵਿੱਚ ਵਸਾਣਾ। ਮਨ ਵਿੱਚ ਯਾਦ ਵਸਣਾ ਹੀ ਸਿਮਰਨ ਹੈ। ਭਾਵ 8 ਪਹਿਰ ਉਹਦੇ ਗੁਣ ਜੀਵਨ ਵਿੱਚ ਮਨ ਬਚ ਕਰਮਾਂ ਰਾਹੀਂ ਜੀਵਨ ਵਿੱਚ ਵਸਣੇ ਚਾਹੀਦੇ ਨੇ। ਉਹ ਹੈ ਉਹਦੇ ਨਾਲ ਅਭੇਦ ਹੋਣਾ, ਉਹਦੇ ਨਾਲ ਪਿਆਰ ਬਣਾਉਣਾ, ਉਹਦੇ ਨਾਲ ਪ੍ਰੀਤਮ ਬਣਾਉਣਾ, ਉਹਦੀ ਯਾਦ ਨੂੰ ਮਨ ਵਿੱਚ ਵਸਾਉਣਾ। ਤੇ ਗੁਰੂ ਮਹਾਰਾਜ ਜਿਸ ਬਾਣੀ ਰਾਹੀਂ ਸਮਝਾਉਂਦੇ ਨੇ ਕਿ ਜੇ ਪਰਮਾਤਮਾ ਨੂੰ ਵਿਸਾਰ ਦਿੱਤਾ ਜਾਏ,
जे उसकी याद ਨੂੰ ਭੁਲਾ ਦਿੱਤਾ ਜਾਏ ਤੇ ਇਹ ਜਿਹੜਾ ਮਨ ਹੈ ਨਾ, ਇਹ ਆਤਮਕ ਤੌਰ ਤੇ ਨਾ ਕਮਜ਼ੋਰ ਪੈ ਜਾਂਦਾ ਹੈ ਕਿ ਇਹਦੀ ਫਿਰ ਪਾਈਆਂ ਨਹੀਂ ਕਿ ਜਿਹੜੇ ਵਿਕਾਰ ਨੇ ਉਸ ਨਾਲ ਟਾਕਰਾ ਲੈ ਸਕੇ। ਪਿੱਛੇ ਗੱਲ ਹੋਈ ਸੀ ਯੁੱਧ ਕਲਾ ਦੀ, ਜਿਹੜੀ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸਨਮੁਖ ਹੋ ਕੇ ਅਸੀਂ ਸਿੱਖਣੀ ਹੈ। ਤੇ ਉਸ ਯੁੱਧ ਕਲਾ ਦੇ ਰਾਹੀਂ ਜਿਹੜੇ ਕਾਮਾਦਿਕ ਵਿਕਾਰ ਨੇ, ਇਹਨਾਂ ਨੂੰ ਟਾਕਰਾ ਦੇਣਾ, ਇਹਨਾਂ ਨਾਲ ਲੜਨਾ ਹੈ ਤੇ ਇਹਨਾਂ ਤੇ ਜਿੱਤ ਹਾਸਿਲ ਕਰਨੀ। ਇੱਕੋ ਇੱਕ ਰਸਤਾ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਤੋਂ ਸਿੱਖ ਲੈ ਕੇ, ਗੁਰੂ ਦੀ ਦੱਸੀ ਹੋਈ ਜੁਗਤ ਤੇ ਚੱਲ ਕੇ ਜੀਵਨ ਨੂੰ ਇਨ ਵਿਕਾਰਾਂ ਤੋਂ ਬਚਾਉਣ ਦਾ, ਇਹਨਾਂ ਬੰਧਨਾਂ ਦਾ ਨਾਸ਼ ਕਰਨ। ਨਹੀਂ ਤਾਂ ਇਹ ਤੇ ਹਰ ਵੇਲੇ ਸਤਾਉਂਦੇ ਰਹਿਣਗੇ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਨੂੰ ਸਮਝਾਇਆ ਕਿ ਇੱਕੋ ਰਸਤਾ ਹੈ, ਗੁਰੂ ਦਾ ਆਸਰਾ ਲੈ ਕੇ ਸਿਮਰਨ ਦੇ ਤਿੱਖੇ ਤੀਰ ਚਲਾ ਕੇ ਇਹ ਜਿਹੜੇ ਝਗੜਾਲੂ, ਵੱਡੇ ਝਗੜਾਲੂ ਵਿਕਾਰ ਨੇ, ਇਹਨਾਂ ਨੂੰ ਨਾਸ਼ ਕੀਤਾ ਜਾ ਸਕਦਾ ਹੈ। ਪਰ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਤੋਂ ਸਿੱਖਿਆ, ਤੀਖਨ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ, ਹਰੀਆਂ ਮਹਾ ਬਿਖਾਦੀ ਘਾਤ ਪੂਰਨ ਗੁਰੂ ਪਾਈ ਹੈ, ਪੂਰਨ ਗੁਰੂ ਪਾਈ। ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਸਾਨੂੰ ਮਿਲਣਾ ਕੀ ਹੈ? ਉਸ ਪ੍ਰਭੂ ਦਾ ਨਾਮ, ਉਸ ਪ੍ਰਭੂ ਦੇ ਗੁਣ। ਜਦ ਉਹ ਜੀਵਨ ਵਿੱਚ ਜਾਣਗੇ, ਜੀਵਨ ਵਿੱਚ ਧਾਰਨ ਹੋਣਗੇ, ਤੇ ਇਹਨਾਂ ਦੀ ਫਿਰ ਇਨ ਵਿਕਾਰਾਂ ਦੀ ਪਾਈਆ ਨਹੀਂ, ਫਿਰ ਇਹਨਾਂ ਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ। ਉਹੀ ਇੱਕ ਰਸਤਾ ਹੈ। ਅੱਗੇ ਗੁਰੂ ਮਹਾਰਾਜ ਨੇ ਸਮਝਾਇਆ ਕਿ ਜਿਹੜੇ ਭਗਤਾਂ ਔਰ ਸੰਸਾਰੀਆਂ ਦਾ ਜਿਹੜਾ ਜੋੜ ਹੈ ਨਾ, ਉਹ ਨਹੀਂ ਬਣ ਸਕਦਾ। ਕਿਉਂ? ਕਿਉਂਕਿ ਭਗਤਾਂ ਦੀ ਜਿਹੜੀ ਭੁੱਖ ਹੈ ਉਹ ਨਾਮ ਹੈ, ਤੇ ਜਿਹੜੇ ਸੰਸਾਰੀਏ ਨੇ, ਮੇਰੇ ਜਿਹੇ ਸੰਸਾਰੀਏ ਨੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕੇਵਲ ਤੇ ਕੇਵਲ ਮਾਇਕ ਰਸਾਂ ਵਿੱਚ ਖਚਿਤ ਨੇ, ਮਾਇਕ ਬਿਰਤੀ ਵਾਲੇ ਨੇ। ਜਿਹੜੇ ਭਗਤ ਨੇ, ਜਿੱਥੇ ਪੈ ਜਾਂਦੇ ਨੇ ਉੱਥੇ ਹੀ ਉਹ ਥਾਨ ਸੁਹਾਵਣਾ ਹੋ ਜਾਂਦਾ ਹੈ। ਭਾਵ ਉੱਥੇ ਹੀ ਉਸ ਪਰਮਾਤਮਾ ਦੀ ਸੰਗਤ ਬਣ ਜਾਂਦੀ ਹੈ, ਉਹ ਸਤਸੰਗਤ ਬਣ ਜਾਂਦੀ ਹੈ। ਕਿਉਂਕਿ ਉਹਨਾਂ ਦਾ ਜਿਹੜਾ ਭੋਜਨ ਹੈ ਉਹ ਨਾਮ ਹੈ, ਉਹਨਾਂ ਦੀ ਜਿਹੜੀ ਰਹਿਣੀ ਹੈ ਉਹ ਰਾਮ ਹੈ, ਉਹਨਾਂ ਨੇ ਸਾਸ ਗਿਰਾਸ ਉਸ ਪਰਮੇਸ਼ਵਰ ਦਾ ਨਾਮ ਹੀ ਜਪਣਾ ਹੈ। ਤੇ ਜਿੱਥੇ ਉਹਨਾਂ ਨੇ ਬਹਿਣਾ ਹੈ, ਜਿੱਥੇ ਉਹਨਾਂ ਦੀ ਬੈਠਕ ਬਣਨੀ ਹੈ, ਜਿਸ ਨਾਲ ਉਹਨਾਂ ਨੇ ਉੱਠਣਾ ਬੈਠਣਾ ਹੈ, ਉੱਥੇ ਉਸ ਪਰਮਾਤਮਾ ਦੇ, ਉਸ ਪ੍ਰਭੂ ਦੇ ਗੁਣਾਂ ਦੀ ਹੀ ਗੱਲ ਹੋਣੀ ਹੈ, ਉਹਦੀ ਹੀ ਟ੍ਰਾਂਜੈਕਸ਼ਨ ਹੋਣੀ, ਉਹਦੇ ਹੀ ਗੁਣ ਉਚਾਰੇ ਜਾਣੇ ਨੇ। ਕਿਉਂਕਿ ਉਹਨਾਂ ਨੂੰ ਹਰ ਵਿੱਚ, ਸਗਲੀ ਸ੍ਰਿਸ਼ਟ ਵਿੱਚ ਉਸ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਨੇ। ਉਹਨਾਂ ਲਈ ਦੁੱਖ ਸੁੱਖ ਦੀ ਕੋਈ ਵੈਲਿਊ ਨਹੀਂ, ਆਸਾਵਾਂ ਨਿਰਾਸ਼ਾਵਾਂ ਦੀ ਕੋਈ ਵੈਲਿਊ ਨਹੀਂ। ਉਹ ਗੁਰੂ ਦੇ ਭਗਤ। ਤੇ ਜਿਹੜੇ ਸੰਸਾਰਕ ਜੀਵ ਨੇ ਮੇਰੇ ਜੇ, ਉਹ ਮਨ ਦੇ ਅਧੀਨ ਤੁਰ ਕੇ ਪ੍ਰਭੂ ਨਾਲ ਜਿਹੜੀ ਵਿੱਤ ਪੈਦਾ ਕਰ ਲੈਂਦੇ ਨੇ, ਉਸ ਦੇ ਨਾਲ ਉਹ ਕੇਵਲ ਤੇ ਕੇਵਲ ਦੁੱਖ ਔਰ ਸੁੱਖ ਦੇ ਦਾਇਰੇ ਵਿੱਚ ਹੀ ਘੁੰਮਦੇ ਰਹਿੰਦੇ ਨੇ, ਔਰ ਸਦਾ ਦੁੱਖ ਹੀ ਸਹੇੜਦੇ ਨੇ। ਉਹਨਾਂ ਦੀ ਜਿਹੜੀ ਰਹਿਣੀ ਹੈ ਉਹ ਮਾਇਕ ਰਸਾਂ ਵਿੱਚ ਖਚਿਤ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ, ਸਾਜਨ ਮਨ ਆਨੰਦ ਨਾਨਕ ਨਾਮ ਜਪ। ਨਾਮ ਨੂੰ ਜਪ ਕੇ, ਧਾਰਨ ਕਰਕੇ ਉਹਨਾਂ ਦੇ ਜੀਵਨ ਵਿੱਚ ਆਤਮਕ ਆਨੰਦ ਪੈਦਾ ਹੋ ਜਾਂਦਾ। ਉਹੀ ਗੁਰੂ ਦੇ ਭਗਤ ਨੇ। ਹੁਣ ਅੱਗੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ, ਫਿਰ ਤੋਂ ਇੱਕ ਵਾਰ ਦ੍ਰਿੜ ਕਰਾਉਂਦੇ ਨੇ ਕਿ ਜਿਹੜੀ ਮਾਇਕ ਪਦਾਰਥਾਂ ਦਾ ਆਸਰਾ, ਇਹ ਜਿਹੜੇ ਮਾਇਆ ਦੇ ਰੂਪ, ਜਿਨ੍ਹਾਂ ਪਿੱਛੇ ਅਸੀਂ ਆਪਣੇ ਜੀਵਨ ਨੂੰ, ਸੰਸਾਰੀ ਜੀਵਨ ਨੂੰ ਲਾਇਆ ਹੋਇਆ ਹੈ, ਜਿਹਦੇ ਪਿੱਛੇ ਅਸੀਂ ਅਸਲੀ ਮਕਸਦ ਨੂੰ ਭੁੱਲੇ ਬੈਠੇ ਹਾਂ, ਉਹ ਕੇਵਲ ਤੇ ਕੇਵਲ ਹਵਾਈ ਕਿਲਿਆਂ ਸਮਾਨ ਹਨ। ਭਾਵ ਉਹਦੀ ਕੋਈ ਹੋਂਦ ਹੀ ਨਹੀਂ। ਜਿਸ ਤਰ੍ਹਾਂ ਹਵਾ ਵਿੱਚ ਕਿਲਾ ਨਹੀਂ ਬਣਾਇਆ ਜਾ ਸਕਦਾ, ਉਸ ਤਰ੍ਹਾਂ ਉਹ ਹਵਾਈ ਕਿਲੇ ਦੀ ਸਮਾਨ ਨੇ। ਉਹਨਾਂ ਦੀ ਆਪਣੀ ਕੋਈ ਹੋਂਦ ਨਹੀਂ। ਮਨੁੱਖ ਕੁਕਰਮਾਂ ਦੀ ਗੰਦਗੀ ਵਿੱਚ ਫਸ ਜਾਂਦਾ ਹੈ, ਵਿਕਾਰਾਂ ਨੂੰ ਭਾਰੂ ਕਰ ਲੈਂਦਾ ਹੈ। ਤੇ ਜਿਨ ਸੰਸਾਰਕ ਪਦਾਰਥਾਂ ਦੇ ਪਿੱਛੇ, ਰਿਸ਼ਤਿਆਂ ਦੇ ਪਿੱਛੇ, ਪਦਵੀਆਂ ਦੇ ਪਿੱਛੇ ਉਹ ਆਪਣੇ ਜੀਵਨ ਨੂੰ ਪ੍ਰਭੂ ਤੋਂ ਦੂਰ ਕਰ ਲੈਂਦਾ ਹੈ, ਅਸਲੀ ਮਕਸਦ ਤੋਂ ਕੁਰਾਹੇ ਪੈ ਜਾਂਦਾ ਹੈ, ਉਹ ਸਭ ਚਲਾਇਮਾਨ ਨੇ,
ਉਹ ਇੱਥੇ ਹੀ ਧਰੇ ਰਹਿ ਜਾਂਦੇ ਨੇ ਜਦੋਂ ਸੰਸਾਰਕ ਤੌਰ ਤੇ ਚਲਾਣਾ ਹੁੰਦਾ ਹੈ। ਭਾਵ ਕੋਈ ਚੀਜ਼ ਨਾਲ ਚੱਲਣ ਵਾਲੀ ਨਹੀਂ, ਕੋਈ ਚੀਜ਼ ਸਾਥ ਦੇਣ ਵਾਲੀ ਨਹੀਂ, ਕੇਵਲ ਇੱਕੋ ਇੱਕ ਪਰਮਾਤਮਾ ਦਾ ਉਹ ਨਾਮ ਹੈ। ਕੇਵਲ ਇੱਕੋ ਇੱਕ ਪਰਮਾਤਮਾ ਦੀ ਉਹ ਨਾਮ ਰੂਪੀ ਦਵਾਈ ਹੈ ਜਿਹੜੀ ਵਿਕਾਰਾਂ ਤੋਂ ਬਚਾਉਂਦੀ ਹੈ, ਜੀਵਨ ਨੂੰ ਉਹ ਜਿਹੜੇ ਕਾਮਾਦਿਕ ਵਿਕਾਰ ਨੇ ਉਹਨਾਂ ਦੇ ਅਧੀਨ ਹੋਣ ਤੋਂ ਬਚਾ ਕੇ ਰੱਖਦੀ ਹੈ। ਪਰ ਮਿਲਦੀ ਕਿੱਥੋਂ ਹੈ? ਉਹ ਹੈ ਸਾਧ ਸੰਗਤ ਤੋਂ। ਅੱਗੇ 19 ਤੋਂ ਬੰਦ ਨੰਬਰ 23 ਤੱਕ ਗੁਰੂ ਮਹਾਰਾਜ ਇਸੇ ਕੰਟੈਕਸਟ ਵਿੱਚ ਸਾਨੂੰ ਸਮਝਾਉਂਦੇ ਨੇ। ਪਹਿਲੇ 19 ਤੋਂ 21 ਵਿੱਚ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ। ਆਓ ਦਰਸ਼ਨ ਕਰੀਏ। ਸਾਨੂੰ ਸਮਝਾਉਂਦੇ ਨੇ ਕਿ ਮਾਇਕ ਪਦਾਰਥਾਂ ਦੀ ਕੀ ਵੈਲਿਊ ਹੈ, ਕੀ ਹੋਂਦ ਹੈ ਜਿਹਦੇ ਪਿੱਛੇ ਅਸੀਂ ਆਪਣੇ ਜੀਵਨ ਨੂੰ ਬਿਰਤਾ ਕਰ ਲੈਂਦੇ। ਆਓ ਦਰਸ਼ਨ ਕਰੀਏ। ਵਾਹਿਗੁਰੂ ਪਾਵਨ ਪਤਿਤ ਪੁਨੀਤ ਕਤੈ ਨਾ ਸੇਵੀਐ, ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ। ਹਰ ਚੰਦੋਰੀ ਭੇਖ ਕਾਹੇ ਸੁਖ ਮਾਨਿਆ, ਹਰੀਆਂ ਹੋਂ ਬਲਿਹਾਰੀ ਤਿੰਨ ਜੈ ਦਰਗਹਿ ਜਾਨਿਆ। ਹਰਿਆਂ ਹੋਂ ਬਲਿਹਾਰੀ ਤਿੰਨ ਜੇ ਦਰਗਹਿ ਜਾਨਿਆ। ਬਖਸ਼ਿਸ਼ ਕਰਦੇ ਨੇ ਗੁਰੂ ਮਹਾਰਾਜ, ਸਮਝਾਉਂਦੇ ਨੇ ਪਾਵਨ ਪਤਿਤ ਪੁਨੀਤ ਕਤੇ ਨਹੀਂ ਸੇਵੀਐ। ਸਕਰੀਨ ਤੇ ਅੱਖਰੀ ਅਰਥ ਡਿਸਪਲੇਡ ਨੇ ਜੀ। ਪਾਵਨ ਦਾ ਮਤਲਬ ਹੁੰਦਾ ਹੈ ਪਵਿੱਤਰ ਸਰੂਪ ਹਰੀ, ਉਸ ਪਰਮਾਤਮਾ ਜਿਹਦਾ ਸਰੂਪ ਪਵਿੱਤਰ ਹੈ। ਪਤਿਤ ਪੁਨੀਤ, ਪਤਿਤ ਹੁੰਦਾ ਹੈ ਜਿਹੜੇ ਟੁੱਟੇ ਹੋਏ ਨੇ ਮੇਰੇ ਜੀ, ਉਹ ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਨੇ, ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਭਾਵ ਜਿਹੜਾ ਵਿਕਾਰੀਆਂ ਨੂੰ, ਪਤਿਤਾਂ ਨੂੰ, ਟੁੱਟਿਆਂ ਹੋਇਆਂ ਨੂੰ ਆਪਣੇ ਨਾਲ ਜੋੜ ਲੈਂਦਾ। ਪਿੱਛੇ ਗੱਲ ਹੋਈ ਸੀ। ਉਹ ਜਿਹੜਾ ਮੇਰਾ ਪੂਰਾ ਗੁਰੂ ਹੈ, ਮੇਰਾ ਪੂਰਾ ਪ੍ਰਭੂ ਹੈ, ਜੋ ਕਿਰਤ ਕਰਾਂ ਨੂੰ ਵੀ ਭਾਗਦਾ ਹੈ, ਉਹਨਾਂ ਨੂੰ ਵੀ ਨਿਰਮਲ ਕਰ ਦਿੰਦਾ ਹੈ, ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦਾ। ਕਤੇ ਨਹੀਂ, ਕਦੇ ਵੀ ਨਹੀਂ ਸੇਵੀਏ, ਸਿਮਰਿਆ ਜਾ ਸਕਦਾ। ਗੁਰੂ ਮਹਾਰਾਜ ਇੱਥੇ ਬਹੁਤ ਵੱਡੀ ਤਾੜਨਾ ਕਰ ਰਹੇ ਨੇ, ਸਮਝਾ ਰਹੇ ਨੇ, ਕਹਿ ਰਹੇ ਨੇ ਉਹ ਜਿਹੜਾ ਪਵਿੱਤਰ ਸਰੂਪ ਹਰੀ ਹੈ ਨਾ, ਜਿਹੜਾ ਪਵਿੱਤਰ ਸਰੂਪ ਹਰੀ ਜਿਹੜਾ ਵਿਕਾਰੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਉਹ ਮੇਰਾ ਸਮਰੱਥ ਪ੍ਰਭੂ ਜਿਹੜਾ ਹੈ ਨਾ, ਉਹ ਕਦੇ ਵੀ ਸਿਮਰਿਆ ਨਹੀਂ ਜਾ ਸਕਦਾ। ਕਦੋਂ ਕਦੋਂ ਨਹੀਂ ਸਿਮਰਿਆ ਜਾ ਸਕਦਾ? ਕਿਸ ਅਵਸਥਾ ਵਿੱਚ ਨਹੀਂ ਸਿਮਰਿਆ ਜਾ ਸਕਦਾ? ਅਗਲੀ ਪੰਕਤੀ ਵਿੱਚ ਝੂਠੇ ਰੰਗ ਖੁਆਰ ਕਹਾਂ ਲਗ ਖੇਵੀ ਹੈ। ਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਭਾਈ ਕਿਉਂ ਸਿਮਰਿਆ ਨਹੀਂ ਜਾਂਦਾ? ਕਿਉਂ ਉਹਦੇ ਨਾਲ ਲਿਵ ਨਹੀਂ ਜੁੜਦੀ? ਕਿਉਂ ਉਹਦੇ ਨਾਲ ਸੁਰਤ ਨਹੀਂ ਜੁੜਦੀ? ਕਿਉਂ ਮਨ ਵਿੱਚ ਉਹਦੀ ਯਾਦ ਨਹੀਂ ਆਉਂਦੀ? ਕਿਉਂ ਉਹਨੂੰ ਭੁਲਾਇਆ ਜਾਂਦਾ ਹੈ? ਕਿਉਂਕਿ ਸਾਡਾ ਜਿਹੜਾ ਜੀਵਨ ਹੈ ਉਹ ਝੂਠੇ ਰੰਗ ਖੁਆਰ, ਜਿਹੜਾ ਝੂਠੇ ਰੰਗ, ਮਾਇਆ ਦੇ ਜਿਹੜੇ ਝੂਠੇ ਰੰਗ ਨੇ, ਮਾਇਕ ਪਦਾਰਥਾਂ ਦਾ ਜਿਹੜਾ ਮੋਹ ਹੈ ਉਹਦੇ ਵਿੱਚ ਫਸਿਆ ਹੋਇਆ ਹੈ, ਉਹਦੇ ਵਿੱਚ ਟਿਕਿਆ ਹੋਇਆ ਹੈ। ਅਸੀਂ ਉਸ ਦੀ ਦਾਇਰੇ ਵਿੱਚ ਰਹਿ ਗਏ ਹਾਂ। ਉਹ ਮਾਇਆ ਦੇ ਰੰਗ ਜਿਹੜੇ ਨਾਲ ਸਾਥ ਨਿਭਣ ਵਾਲੇ ਨਹੀਂ, ਉਹ ਮਾਇਆ ਦੇ ਰੰਗ ਜਿਹੜੇ ਉਸ ਪ੍ਰਭੂ ਤੋਂ ਦੂਰ ਕਰਦੇ ਨੇ, ਉਹ ਮਾਇਆ ਦੇ ਰੰਗ ਜਿਹਦਾ ਮੋਹ ਸਾਨੂੰ ਅਸਲ ਮਕਸਦ ਤੋਂ ਦੂਰ ਕਰ ਦਿੰਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜਾ ਮਾਇਕ ਪਦਾਰਥਾਂ ਦਾ ਮੋਹ ਹੈ ਨਾ, ਜਿਹਦੇ ਵਿੱਚ ਫਸੇ ਹੋਏ ਨੇ ਨਾ, ਉਸ ਵਿੱਚ ਫਸ ਕੇ ਇਹ ਜਿਹੜੇ ਜੀਵਨ ਦੀ ਬੇੜੀ ਹੈ ਨਾ, ਉਹ ਪਾਰ ਨਹੀਂ ਲੱਗ ਸਕਦੀ। ਕਹਾਂ ਲਗ ਖੇਵੀ ਹੈ। ਜਿਹੜੀ ਇਹ ਬੇੜੀ ਤੂੰ ਚਲਾ ਰਹੇ ਹੈ, ਜੋ ਤੂੰ ਸਮਝ ਰਿਹਾ ਹੈ ਕਿ ਜੀਵਨ ਨੂੰ ਸਹੀ ਮਕਸਦ ਤੇ ਲੈ ਕੇ ਜਾਣਾ ਹੈ, ਇਸ ਮਾਇਆ ਦੇ ਝੂਠੇ ਰੰਗਾਂ ਵਿੱਚ, ਮੋਹ ਵਿੱਚ, ਮਮਤਾ ਵਿੱਚ, ਹੰਕਾਰ ਵਿੱਚ, ਤ੍ਰਿਸ਼ਨਾ ਵਿੱਚ, ਲੱਭ ਵਿੱਚ ਫਸ ਕੇ ਭਲੇ ਤੂੰ ਇਹ ਨਾ ਸੋਚੀ ਜੀਵਨ ਦੀ ਜਿਹੜੀ ਬੇੜੀ ਹੈ ਉਸ ਪ੍ਰਭੂ ਨਾਲ ਮਿਲਾਪ
करा देगी। ये बेड़ी पार नहीं लगन वाली, ये पार उतारा नहीं होने वाला, किसी हालत विच नहीं होने वाला। क्यों? क्योंकि ये तेन उस प्रभु दे नाल जोड़ेगी ही नहीं, ओदी याद तेरे मन विच पैदा ही नहीं करेगी। जेड़े जीवन है एदा पार उतारा ते तां होना है, बेड़ी ते तां पार लगनी है जब उस प्रभु दे गुण, उस प्रभु दे याद मन विच वसनी है। ओ मेरा प्रभु ते इन्ना समर्थ है, पूरा है, जेड़ा किरत घना नूं भी पालदा है, टुटिया होया नूं भी जोड़दा है। पर टुटे होए जेड़े ने, मेरे जे टुटे होए जे माया दे रंग विच ही खचित ने, ते फिर ओदे अगे झोली किदां फैलाई जाएगी, ओदे अगे अरदासिया किस तरह बनिया जाएगा, भांडा सिद्धा किस तरह किया जाएगा, बख्शिश का पात्र किदा बनिया जाएगा, किवें ओदी बख्शिश होएगी। बख्शिश का मतलब ही अरदासिया जिज्ञासु बनना है। पिछे गल गुरु महाराज ने पूरी उसी कॉन्टेक्स्ट चल रही है, तड़प दी कीती, प्रीत दी कीती। जे अंदर जिज्ञासा है, प्रीत है, अरदासिया बनन दी भावना है, ओदे नाल प्रेम दी भावना है, तां ही ओदी शरण विच आया जा सकता है, ओदी या गुरु दी सन्मुख होके ओदी याद नूं मन विच वसाया जा सकता है। जे माया दे रंग विच ही असी फसे होए हां, माया दे रंग किस तरह दे ने? क्योंकि इस रंग विच खचित होके जीवन ने सिर्फ खुआर होना है, कुराहे पैना है, नाश होना है, और कुछ नहीं मिलना। रिजल्ट यही है। ते गुरु महाराज समझाते ने अगली पंक्ति विच, माया दे रंग किस माया दे रंग विच असी फसे हुए हैं, किते पिछे असी रात दिन दौड़ रहे हैं। क्यों ओदी याद साडे मन विच नहीं वसती? क्यों ओदा सिमरन साडे मन विच नहीं पैदा हुंदा? क्यों ओदे गुण असी धारण नहीं कर सकते? गुरु महाराज समझाते ने कि भाई, हर चंदोरी भेख काहे सुख मान्या। सुख केड़ा सुख? इत्थे केड़े सुख दी गल हो रही? खखे थले अंकड़ है। वो आत्म सुख, वो आत्मक सुख, वो आत्मक आनंद। गुरु महाराज कह रहे ने वो जेड़ा प्रभु नाल मिलाप वाला सुख है ना, वो जेड़ा सिमरन वाला सुख है ना, वो जेड़ा प्रभु नाल प्यार वाला सुख है ना, वो किस तरह मिलेगा? काहे सुख माने? क्यों मिलेगा? किवें मिलेगा? जबकि तेरा रास्ता ही गलत है। तू ते वो हवाई किलियां दे नाल मोह ला के बैठा, होना पिछे दौड़ रहे हैं। झूठे रंग की गल की, झूठा रंग केड़ा? वो कुसंब वाला रंग। गुरु महाराज ने बाणी राही सानू बेअंत वचना राही इस चीज नाल सानू वाकफियत कराई है। हर चंदोरी, जिन्हों गंधर्व नगर भी किया जाता है, मृग तृष्णा, धर्म छाया, बिरखती छाया, कुसंबे दा शोक जिहड़ा रंग है, उहदे बारे गल करदियां होया अच्छा मतलब बेअंत वचना राही गुरु महाराज ने सानू समझाया। ये जिहड़े माया दे रंग कच्चे रंग ने, जिहड़े ओ रंग ने जिहड़े एक मिनट विच, कुछ समय दे मेहमान ने, मिनट विच छिन्न नहीं लगदा इन्हां नूं खत्म होंदियां, जिहदे पिछे असीं अपने जीवन नूं कुराहे पा रहे हैं। और सदीवी जिहड़ा गुरु है, सदीवी जिहड़े गुण ने, जिहड़े सदीवी अमृत है, उस तो कुराहे पै के अपने जीवन नूं बिरथा करी जा रहे। ते गुरु महाराज थे फिर वही बख्शिश कर रहे ने, फिर वही प्रेरणा बख्श रहे ने, चितन करा रहे ने, सानू समझा रहे ने। जदों हर चंदोरी की गल करते हैं, गंधर्व नगर की गल करते हैं, ये वो आकाश विच वसती हुई वो किला है, वो नगरी है जिसकी गुरमत अनुसार कोई होंद नहीं। ये उस रुख की छां की तरह है। गुरु महाराज इत्थे सानू समझा रहे ने कोई होंद नहीं। हर चंदोरी आई किथों? एक किस चीज नाल? एक पुरातन वार्ता है, एक मिथियोलॉजी है। इहदे राही जदों असी दूजे मत तो इस वार्ता नूं सुनते हैं, ध्यान रखना गुरमत इनू नकारदी है। ये बेसिकली हरिश्चंद्र
ਜਿਹੜਾ ਸੂਰਜ ਵੰਸ਼ ਅੰਦਰ ਤ੍ਰਿਸ਼ੰਕੂ ਦਾ ਪੁੱਤਰ ਹਰੀਸ਼ ਚੰਦਰ ਦੀ ਦੇ ਨਾਲ ਸੰਬੰਧਿਤ ਹੈ। 28ਵਾਂ ਰਾਜਾ ਹੋਇਆ ਹੈ। ਉਹ ਬਹੁਤ ਪੁੰਨਦਾਨ ਕਰਨ ਵਾਲਾ ਮੰਨਿਆ ਜਾਣ ਵਾਲਾ ਰਾਜਾ ਸੀ। ਪੁੰਨ ਕਰਮਾਂ ਵਾਲਾ ਰਾਜਾ ਮੰਨਿਆ ਜਾਂਦਾ ਸੀ ਤੇ ਉਹਦੇ ਪੁੰਨਦਾਨ ਔਰ ਪੁੰਨ ਕਰਮਾਂ ਦੇ ਕਾਰਨ ਪ੍ਰਜਾ ਸਮੇਤ ਉਸ ਨੂੰ ਸਵਰਗ ਨੂੰ ਜਾਣ ਦੀ ਆਗਿਆ ਮਿਲੀ। ਉਹਨੂੰ ਉਹ ਸਵਰਗ ਪ੍ਰਜਾ ਸਮੇਤ ਗਿਆ, ਪਰ ਨਾਲ ਹੀ ਇਹ ਕੰਡੀਸ਼ਨ ਸੀ ਕਿ ਉਹ ਇਹ ਗੱਲ ਜਿਹੜੀ ਵਜ੍ਹਾ ਹੈ ਉਹ ਕਿਸੇ ਦੇ ਅੱਗੇ ਉਸ ਬਾਰੇ ਗੱਲ ਨਹੀਂ ਕਰੇਗਾ। ਪਰ ਨਾਰਦ ਮੁਨੀ, ਅਸੀਂ ਸਭ ਜਾਣਦੇ ਹਾਂ ਇਸ ਮਿਥੋਲੋਜੀ ਵਿੱਚ ਜਿਹੜਾ ਇਹ ਮਤ ਹੈ ਉਸ ਅਨੁਸਾਰ ਨਾਰਦ ਮੁਨੀ ਹਮੇਸ਼ਾ ਇੱਕ ਚੰਚਲ ਸੁਭਾਅ ਦਾ ਪ੍ਰਾਣੀ ਦੱਸਿਆ ਗਿਆ ਹੈ ਤੇ ਨਾਰਦ ਮੁਨੀ ਆਪਣੀ ਚੰਚਲਤਾ ਦੇ ਜਿਹੜਾ ਸੁਭਾਅ ਕਾਰਨ ਉਸਨੇ ਇਹ ਹਰੀਸ਼ ਚੰਦਰ ਕੋਲੋਂ ਆਪਣੀ ਇਸ ਗੱਲ ਨੂੰ, ਆਪਣੀ ਮਹਿਮਾ ਨੂੰ, ਆਪਣੀ ਉਸਤਤ ਨੂੰ ਉਹਦੇ ਮੂੰਹੋਂ ਕਢਵਾ ਲਿਆ, ਜਿਸ ਪਿੱਛੇ ਉਹਨੂੰ ਸਵਰਗ ਤੋਂ ਕੱਢ ਦਿੱਤਾ ਗਿਆ। ਤੇ ਜਦੋਂ ਉਹਨੂੰ ਸਵਰਗ ਤੋਂ ਕੱਢਿਆ ਗਿਆ ਤੇ ਉਹ ਸਵਰਗ ਤੋਂ ਧਰਤੀ ਤੇ ਡਿੱਗਦਿਆਂ ਹੋਇਆਂ ਰਸਤੇ ਵਿੱਚ ਉਹਨੂੰ ਇਸ ਚੀਜ਼ ਦਾ ਪਛਤਾਵਾ ਹੋਇਆ, ਨੇ ਪ੍ਰਭੂ ਕੋਲੋਂ ਮਾਫੀ ਮੰਗੀ, ਪ੍ਰਭੂ ਨੇ ਉਹਨੂੰ ਮਾਫ ਕਰ ਦਿੱਤਾ। ਤੇ ਜਿਸ ਜਗ੍ਹਾ ਤੇ ਉਹਨੂੰ ਮਾਫੀ ਮਿਲੀ ਉਸ ਪਾਰਟਿਕੂਲਰ ਜਗ੍ਹਾ ਦੇ ਵਿੱਚ ਨਾ ਉਹ ਧਰਤੀ ਤੇ ਨਾ ਉਹ ਸਵਰਗ, ਹਵਾ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਉਹਦਾ ਨਗਰ ਵਸ ਗਿਆ, ਜਿਹਨੂੰ ਗੰਧਰਵ ਨਗਰ ਦਾ ਨਾਮ ਦਿੱਤਾ, ਹਰਚੰਦੋਰੀ ਦਾ ਨਾਮ ਦਿੱਤਾ ਗਿਆ। ਤੇ ਉਹ ਇੱਕ ਗੁਰਮਤ ਉਹਨੂੰ ਹਵਾਈ ਕਿਲਾ ਕਹਿੰਦੀ ਹੈ। ਬੇਸਿਕਲੀ ਉਹਦੀ ਕੋਈ ਹੋਂਦ ਨਹੀਂ, ਨਾ ਉਹ ਧਰਤੀ ਤੇ ਵੇ, ਨਾ ਉਹ ਆਕਾਸ਼ ਤੇ ਵੇ, ਨਾ ਉਹ ਕਿਸੇ ਜਗ੍ਹਾ ਤੇ, ਉਹਦਾ ਆਪਣੀ ਕੋਈ ਹੋਂਦ ਨਹੀਂ। ਤੇ ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਉਨ ਹਵਾਈ ਕਿਲਿਆਂ ਦੇ ਪਿੱਛੇ ਦੌੜ ਰਹੇ ਹਾਂ, ਉਸ ਹਰਚੰਦੋਰੀ ਦੇ ਪਿੱਛੇ ਦੌੜ ਰਹੇ ਹਾਂ ਜਿਹਦੀ ਆਪਣੀ ਕੋਈ ਹੋਂਦ ਨਹੀਂ ਹੈ। ਜਿੰਨੇ ਮਾਇਆ ਦੇ ਰੂਪ ਨੇ ਇਹਦੀ ਆਪਣੀ ਕੋਈ ਹੋਂਦ ਨਹੀਂ, ਇਹਦੀ ਆਪਣੀ ਕੋਈ ਹੋਂਦ ਨਹੀਂ। ਸਾਡਾ ਜੀਵਨ ਫਿਰ ਉਸ ਤਰ੍ਹਾਂ ਦਾ ਹੀ ਹੋ ਜਾਣਾ ਹੈ, ਕਿਉਂਕਿ ਇਹਦਾ ਰਿਜ਼ਲਟ ਕੀ ਹੋਣਾ? ਜੇ ਅਸੀਂ ਝੂਠੇ ਰੰਗਾਂ ਪਿੱਛੇ, ਗੁਰੂ ਮਹਾਰਾਜ ਨੇ ਕੁਸਮ ਰੰਗ ਦੀ ਗੱਲ ਕੀਤੀ। ਕੁਸਮ ਫੁੱਲ ਜਿਹੜਾ ਬਹੁਤ ਜ਼ਿਆਦਾ ਸ਼ੋਖ ਰੰਗ ਵਾਲਾ ਹੁੰਦਾ ਹੈ, ਪਰ ਕੁਝ ਦਿਨਾਂ ਬਾਅਦ ਹੀ ਉਹਦਾ ਰੰਗ ਖੁਆਰ ਹੋ ਜਾਂਦਾ ਹੈ, ਰੰਗ ਖਤਮ ਹੋ ਜਾਂਦਾ ਹੈ। ਤੇ ਜੀਵਨ ਦਾ ਅਸਲੀ, ਜਦੋਂ ਅਸੀਂ ਅਸਲੀ ਰੰਗ ਨੂੰ ਛੋੜ ਕੇ, ਗੁਰੂ ਦੇ ਰੰਗ ਨੂੰ ਛੋੜ ਕੇ, ਗੁਰੂ ਦੇ ਨਿਰਮਲ ਭੈ ਭਾਵਨੀ ਨੂੰ ਛੋੜ ਕੇ ਇਨ ਝੂਠੇ ਰੰਗਾਂ ਦੇ ਪਿੱਛੇ ਤੁਰ ਕੇ ਆਪਣੇ ਜੀਵਨ ਨੂੰ ਬਿਰਥਾ ਕਰਦੇ ਹਾਂ, ਤੇ ਗੁਰੂ ਮਹਾਰਾਜ ਇੱਥੇ ਉਸੇ ਚੀਜ਼ ਨੂੰ ਸਮਝਾ ਰਹੇ ਨੇ, ਗੁਰਦੇਵ ਸਮਝਾ ਰਹੇ ਨੇ। ਫਿਰ ਰਿਜ਼ਲਟ ਕੀ ਹੁੰਦਾ? ਰਿਜ਼ਲਟ ਉਹੀ ਹੁੰਦਾ ਹੈ ਜਿਹੜਾ ਅਸੀਂ, ਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਸਾਨੂੰ ਕਈ ਜਗ੍ਹਾ ਤੇ ਸਮਝਾਇਆ ਕਿ ਅਗਰ ਸਾਵਨ ਦੇ ਮਹੀਨੇ ਵਿੱਚ ਦੇਖੀਏ ਤੇ ਅਗਰ ਗੁੜ ਦੇ ਉੱਤੇ ਜਿਹੜੀ ਮੱਖੀ ਬੈਠਦੀ, ਸਾਵਨ ਦੇ ਮਹੀਨੇ ਵਿੱਚ ਗੁੜ ਜਿਹੜਾ ਬੜਾ ਚਿਪਚਿਪਾ ਹੋਇਆ ਹੁੰਦਾ ਤੇ ਮੱਖੀ ਆਪਣੇ ਉਸ ਮੋਹ ਦੇ ਚੱਕਰ ਵਿੱਚ ਉਸ ਤੇ ਜਾ ਕੇ ਬੈਠ ਜਾਂਦੀ ਹੈ, ਪਰ ਆਪਣੇ ਕਿਉਂਕਿ ਗੁੜ ਗਿੱਲਾ ਹੁੰਦਾ ਤੇ ਉਹ ਆਪਣੇ ਪਰ ਔਰ ਆਪਣੇ ਪੈਰ ਉਹਦੇ ਵਿੱਚ ਲਪੇਟ ਲੈਂਦੀ ਹੈ ਔਰ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਸਾਡਾ ਵੀ ਉਹੀ ਹਾਲ ਹੈ। ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ, ਮਾਖੀ ਪਚੇ ਪਚਾਏ। ਸਾਡਾ ਵੀ ਉਹੀ ਹਾਲ ਹੈ। ਅਸੀਂ ਵੀ ਆਪਣੇ ਆਪ ਨੂੰ ਰੰਗਾਂ ਦੇ ਵਿੱਚ, ਉਹਦੇ ਵਿੱਚ ਕਰਕੇ ਆਪਣੇ ਆਪ ਨੂੰ ਖੁਆਰ ਕਰ ਰਹੇ। ਜਿਹੜਾ ਰੰਗ ਉਸ ਪ੍ਰਭੂ ਦੇ ਨਾਲ ਸਾਨੂੰ ਨਹੀਂ ਜੋੜਦਾ, ਉਹ ਸਾਰੇ ਕੁਸੰਬੇ ਰੰਗ ਨੇ, ਉਹ ਸਾਰੇ ਟੈਂਪਰੇਰੀ ਰੰਗ। ਜਿਹੜੀ ਚੀਜ਼, ਚਾਹੇ ਉਹ ਪਰਿਵਾਰਕ ਮੋਹ ਹੋਏ, ਚਾਹੇ ਉਹ ਸਮਾਜਿਕ ਮੋਹ ਹੋਏ, ਚਾਹੇ ਉਹ ਮਮਤਾ ਹੋਏ, ਚਾਹੇ ਉਹ ਸਾਡਾ ਲਾਲਚ ਹੋਏ, ਕੁਝ ਵੀ ਹੋਏ, ਅਸੀਂ ਦੁਨਿਆਵੀ ਪਦਾਰਥਾਂ ਦੇ ਪਿੱਛੇ ਖਚਿਤ ਹਾਂ, ਅਸੀਂ ਮਾਇਕ ਰਸਾਂ ਦੇ ਪਿੱਛੇ ਖਚਿਤ ਹਾਂ। ਅਸੀਂ ਭੁੱਲ ਗਏ ਹਾਂ ਉਸ ਦਾਤਾਰ ਨੂੰ, ਅਸੀਂ ਭੁੱਲ ਗਏ ਹਾਂ ਕਿ ਅਸੀਂ ਜੀਵਨ ਵਿੱਚ ਆਏ ਕਿਉਂ ਹਾਂ। ਕਿਉਂਕਿ ਜੋ ਚੀਜ਼ ਸਾਨੂੰ ਗੁਰੂ ਤੋਂ ਮਿਲਣੀ ਹੈ, ਜੋ ਚੀਜ਼ ਸਾਨੂੰ ਗੁਰੂ ਨੇ ਸਮਝਾਣੀ ਹੈ, ਅਸੀਂ ਉਸ ਤੋਂ ਕੋਸੋਂ ਦੂਰ ਹੁੰਦੇ ਜਾ ਰਹੇ ਹਾਂ। ਆਏ ਤੇ ਅਸੀਂ ਧਰਮ ਕਮਾਉਂ, ਆਏ ਤੇ ਅਸੀਂ ਪ੍ਰਾਹੁਣੇ ਬਣ ਕੇ। ਹੁਣ ਅਗਰ ਪ੍ਰਾਹੁਣੇ ਦੀ ਗੱਲ ਕਰੀਏ ਤੇ ਪ੍ਰਾਹੁਣੇ ਦਾ ਜੀਵਨ ਕੀ ਹੈ? ਇੱਕ ਗੈਸਟ ਦਾ ਜੀਵਨ ਕੀ ਹੈ? ਗੈਸਟ ਜਦੋਂ ਕਿਸੇ ਦੇ ਘਰ ਜਾਂਦਾ ਹੈ, ਪ੍ਰਾਹੁਣਾ ਜਦੋਂ ਕਿਸੇ ਦੇ ਘਰ ਜਾਂਦਾ ਹੈ ਤੇ ਉੱਥੇ ਜਾ ਕੇ ਉਸਦੇ ਘਰ ਦੀ ਸੁੰਦਰਤਾ ਦੀ ਤਾਰੀਫ ਤੇ ਕਰ ਸਕਦਾ ਹੈ, ਉਹਦੇ ਉੱਥੇ ਰੱਖੀਆਂ ਹੋਈਆਂ ਪਦਾਰਥਾਂ ਨੂੰ ਦੇਖ ਕੇ ਖੁਸ਼ ਤੇ ਹੋ ਸਕਦਾ ਹੈ। ਪਰ ਜੇ ਉਹ ਉਸ ਪਦਾਰਥਾਂ ਤੇ, ਉਸ ਸੁੰਦਰਤਾ ਤੇ ਆਪਣਾ ਹੱਕ ਜਮਾਏ ਤੇ ਉਸਨੂੰ ਕਿਹੜੀ ਸ਼ਬਦਾਵਲੀ ਦਿੱਤੀ ਜਾਏਗੀ? ਸਾਡਾ ਜੀਵਨ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਪਿਆ। ਇਹ ਬਖਸ਼ਿਸ਼ ਪਰਮਾਤਮਾ ਗੁਰੂ ਦੀ, ਪ੍ਰਭੂ ਦੀ, ਜੋ ਸਾਨੂੰ
मानुक जीवन मिलिया, जो सानू ये देह मिली, जो सानू एक कायनात मिली जिसे असी रंग मानने ने। पर मानने रंग मानन का मतलब ये नहीं कि उस प्रभु, उस देव देनहार, उस जेड़ा घर दा मालिक है उन्होंने भुला के रंग मानने। ओदी दित्तियां हुई चीजां नू देख के असी खुश होना है, उन्होंने सानू वरतन लई दित्तियां ने, असी वरतना है पर कब्जा नहीं करना। असी जफ्फे मार के बैठ गए और दातार नू भुल गए, असी अपनी ही चीज समझ के बैठ गए। जिथे असी अपनी चीज समझ के बैठ गए, उस दाता नू भुल गए, उस दातार नू भुल गए जिन्हें सब कुछ सानू बख्शिया। नहीं तो साह भी अपना नहीं, अगली घड़ी का तो पता नहीं अगे आएगा, अगली घड़ी का तो पता नहीं। ते गुरु महाराज साडे ते बख्शिश करते ने, सानू यही चीज समझाते ने, झूठे रंग खुआर कहां लग खेविए। जिस चीज विच तू, जेड़े कच्चे रंगां विच, जेड़े झूठ विच, जेड़े कूड़ विच तू फसिया होया है, कूड़ क्यों है, कूड़ क्यों है? किस नाल कीचे दोस्ती सब जग चलन हार, सब चलाए मान है। गुरु महाराज ते कहंदे ने, कूड़ मिठा कूड़ माखियो, कूड़ डोबे पूर जलते, झूठे रंग खुआर कहां लग खेविए। तू किथे फसिया होया, इत्थे पार उतारा नहीं होना, हर चंदोरी भेक काहे सुख मानिया। साडा ते जीवन ही इस तरह दा हो गया, साडा ते जीवन ही, सानू सुख ते चाहिए, सगले सुख चाहिए ने। पिछे गल आई सी सगले सुख दी, इत्थे आत्मक सुख की गल हो रही है, सब तो उत्तम सुख की गल हो रही, सानू सगले सुख चाहिए ने। गुरु महाराज कहे, ऐसा जग देखिया जुआरी, सब सुख ना मांगे नाम बिसारी। सब कुछ चाहिए तो है, पर उस परमात्मा ना दे, उस परमात्मा का शुकराना नहीं करना, उसकी अपनी याद विच नहीं बसाना, हर चीज का क्रेडिट खुद लेना है, तो फिर जीवन किवें चलेगा। तो गुरु महाराज सानू इत्थे वही प्रेरणा बख्श रहे हैं, सानू फिर तो एक बार सूचित कर रहे हैं, सानू अलर्ट कर रहे हैं, समझा रहे हैं कि जीवन ओदी मन विच याद आ ही नहीं सकती, टल ही नहीं सकते ओदे गुण। क्यों? क्योंकि तेरी जिहड़ी सोच है, तेरी जिहड़ी जीवन दी बिरती है, वो माइक रसा विच खचित है। पहले उस तो बाहर आ, अपने जीवन ओदे शुकराने विच लेके आ, क्योंकि जब तक हवाई किलियां दे पिछे अपने जीवन नू बिरथा करेगा, तेनू वो सुख मिलना ही नहीं। काहे सुख मानिया, वो आत्मक सुख, वो प्रभु दी याद मन विच वसनी ही नहीं। आत्मक सुख ध्यान देना है, आत्मक सुख जिथे काहे सुख मानिया दी गल है, वो सुख मानन दा मतलब वही है जेड़ा सवाल गुरु महाराज ने पहली पंक्ति विच कीता है, कते नहीं सेवी है। क्यों मन विच वस ही नहीं सकता, पहले क्या मन विच नहीं वस सकता, दूसरी पंक्ति विच क्या क्यों नहीं वस सकता, वजह की है, वजह समझाई। तीजी पंक्ति विच सानू समझाया कि भाई हरचंदोरी पे जद ओदे पिछे ही दौड़ेगा, फिर काहे क्यों, वो आत्मक सुख कित्थों मिलेगा। नाल ही जवाब भी देता, उत्तर भी नाल ही है, हरियां हो बलिहारी तिन। अगे कहंदे ने, जिन्हां ने इस चीज नू समझ लिया, बुझ लिया, जिन्हां ने इस चीज नू समझ लिया, बुझ लिया, जिन्हां ने उस कुसंबे रंग तो अपना मन मोड़ लिया, ते जड़ा मजीठा रंग है, गुरु दा रंग है, गुरु दा प्यार है, उस नाल लिव जोड़ लई। कहंदे ने, हो बलिहारी तिन, जिन्हां ने आत्मक सुख प्राप्त कर लिया, ओदी याद मन विच वसा लई। जह दरगह जानिया, जिन्हां ने उसकी सिमरन कर करके, ओदे नाम नू जप जप के, ओदे नाम दा भोजन कर करके परमात्मा दी दरगाह विच, प्रभु दी दरगाह विच अपनी जगह बना ली। दरगाह जानिया, परमात्मा दी दरगाह विच सियारी है हवे नू, दरगाह जानिया, उस परमात्मा दी दरगाह विच अपनी जगह बना ली। पर जगह बननी किस तरह, उस परमात्मा नू सिमर सिमर के, ओदी याद नू, ओदे शुकराने विच रह के, निमाणे होके, निताणे होके, आपा गवा के, गुरु दी शरण विच आके, गुरु दी सीख लैके, गुरु दी दसी हुई जुगत ते चल के, साध संगत विच आके, तद जाके
उसके दरगाह ते प्रवानगी मिलनी है, उसके दीवान ते प्रवानगी मिलनी जब जीवन जिंदे जी जीवन मुकत होना है। पिछे गल हुई सी और युद्ध कला सिख के विकारां नूं ते जित विकारा ते जित हासिल करके बंधना का नाश करके उस प्रभु नाल भेद होना है। गुरु महाराज कहते मैं सदके जाना, मैं बलिहार जाना उस जीवन तो, उस मनुख तो जिसने वो अवस्था पा ली, वो उत्तम अवस्था पा ली जड़ी ओदी दरगाह ते प्रवान हो गया। अगले बंद विच गुरु महाराज बख्शिश करते हैं, कीने कर्म अनेक गवार बिकार कन, महा दुर्गंधत वास सटका चार तन, फिर तो गर्भ गुबार मरण न जानई, हरिया हर चंदोरी पेख काहे सच मानई, हरिया हर चंदोरी पेख काहे सच मानई। वही सवाल बख्शिश कर देने अंतली भक्ति विच, हरिया हर चंदोरी पेख। उन हवाई कलियां दे पिछे जाके, उन रंगां दे पिछे जाके, माइक रसा दे पिछे जिदी अपनी कोई होंद ही नहीं, जो माया दे रंग ने उहदे विच खचित होके काहे क्यों उस प्रभु नाल प्यार बनाना है। किस तरह बनेगा, सच मानना है, किस तरह उहदे नाल प्यार बनेगा। पहली पंक्ति गुरु महाराज कहते ने, कीने कर्म अनेक गवार बिकार कन। गुरु महाराज कहते ने मूर्ख मनुख गवार अनेकां ही को कर्म करता रहता है। किहड़े कर्म असीं करते हैं, किहड़े कर्मां दी गुरु महाराज गल कर रहे ने इत्थे। जाने अनजाने विच गुरु तो ਜਿਹੜੀ चीज सानू ਜਿਹੜਾ निर्मलता, ਜਿਹੜੀ सानू संतोख सहज ਜਿਹੜੇ गुण प्रभु दे गुरु तो मिलने ने, गुरु तो दूर होके, गुरु ते सिक्ख्या तो भी हुणे रह के, सखने रह के असी ਜਿਹੜੇ कर्म करते जा रहे हैं। दिन प्रतिदिन असी माया दे विच खचित होके, ਉਹ ਜਿਹੜੇ माया दे रंग ने माइक रसा विच खचित होके, ਉਹ ਜਿਹੜੀਆਂ ਚੀਜ਼ਾਂ ਚਲਾਇਮਾਨ ਚੀਜ਼ਾਂ ਨੇ ਜਿਨ੍ਹਾਂ ਨੇ ਸਾਥ ਨਹੀਂ ਦੇਣਾ, ਉਹਨਾਂ ਦੇ ਪਿੱਛੇ ਟੁਰ ਕੇ ਜਿਹੜੇ ਅਸੀਂ ਕਰਮ ਕਮਾ ਰਹੇ ਹਾਂ। ਧਿਆਨ ਰੱਖਣਾ ਹੈ ਗੱਲ ਕਰਮਾਂ ਦੀ ਹੈ, ਨਿਬੇੜਾ ਕਰਮਾਂ ਤੇ ਹੈ। ਔਰ ਉਹ ਸਭ ਉਹਦੇ ਦਰ ਤੇ ਪਿੱਛੇ ਗੱਲ ਹੋਈ ਪ੍ਰਵਾਨਗੀ ਦੀ, ਉਹਦੇ ਦਰ ਤੇ ਪ੍ਰਵਾਨਗੀ ਤਦੀ ਮਿਲਣੀ ਹੈ ਜੇ ਮਨ ਬਚ ਕਰਮ ਗੁਰੂ ਦੀ ਸਿੱਖਿਆ ਦੇ ਅਧੀਨ ਚੱਲਣਾ ਸ਼ੁਰੂ ਕਰ ਦੇਗਾ। गुरु की सिक्ख्या के अधीन प्रभु के गुणों को धारण करके जीवन नूं उहदी भै भावनी विच लैके आएगा, तां जाके उहदे दर ते प्रवानगी मिलनी है। निबेड़ा कर्मां ते होना है, चंगियाइयां बुरियाइयां वाचै धर्म हदूर, कर्मी आपो अपनी के नेड़े के दूर। कर्मी ने कर्मी करमी होए विचार, ते जेड़े कर्म असी उस तो दूर हो के करी जा रहे हैं, उहदे रिकॉर्ड विच लिखित ने, उहदे लेजर विच लिखे जा रहे ने। ਅਸੀਂ रोज नित प्रतिदिन ਅਸੀਂ कोई ना कोई ऐसे कर्म करी जा रहे हैं जिदा सानू शायद खुद नू अंदाजा नहीं, क्योंकि सानू जिहड़ी विवेक बुद्ध गुरु कोलों मिलनी सी, सही और गलत जिहड़ी गुरु कोलों मिलनी सी, असीं उस तो पुछे हां, असीं उस तो सखणे हां। गुरु महाराज ने सानू विवेक बुद्ध बख्शनी है। गुरु ग्रंथ साहिब जी महाराज तो सानू विवेक बुद्ध मिलनी है, जिस नाल सानू जीवन दी सही राह और गलत राह दा पता लगना है, जिहदे नाल जिहड़ी परमात्मा नाल साडी विथ पई होई है, उस विथ नूं दूर करन दा रस्ता समझ आउणा है। ते जिहड़ा ये मूर्ख मन है ना, ये इन्ना चंचल और इन्ना ज्यादा माइक रसा विच खचित है कि इन्नू विवेक बुद्ध धारण करन दा रस्ता ही समझ नहीं आउंदा, ते भाव गुरु दी शरण विच ही नहीं जाउंदा। इसलिए गुरु महाराज नूं बार बार गवार बार सानू समझाना पैंदा है, बार बार सानू अलर्ट करना पैंदा है, ताड़ना करके सानू समझाउंदे ने। इत्थे भी वही चीज समझा रहे ने, कीने कर्म अनेक गवार विकार कन। कई विकार दे अधीन होके, मन दी सियाणपां दे अधीन होके
ਅਸੀਂ ਕਈ ਐਸੇ ਕਰਮ ਕਮਾ ਲੈਨੇ ਆ ਇੰਟੈਂਸ਼ਨਲੀ ਜਾਂ ਫਿਰ ਅਨਇੰਟੈਂਸ਼ਨਲੀ, ਕਿਸ ਤਰ੍ਹਾਂ ਵੀ ਅਸੀਂ ਕਈ ਐਸੇ ਕਰਮ ਕਮਾ ਲੈਨੇ ਆ ਜਿਹੜੇ ਸਾਨੂੰ ਉਸ ਪ੍ਰਭੂ ਤੋਂ ਦੂਰ ਕਰ ਦਿੰਦੇ ਨੇ। ਕਿਉਂਕਿ ਸਾਡੇ ਜਿਹੜੇ ਕਰਮ ਨੇ, ਸਾਡੀ ਜਿਹੜੀ ਕਰਨੀ ਹੈ ਉਹਦੇ ਲੈਜਰ ਵਿੱਚ ਰਿਕਾਰਡ ਹੋ ਰਹੀ ਹੈ, ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾ। ਤੇ ਉਹਦੇ ਜਿਹੜੇ ਲੈਜਰ ਵਿੱਚ ਜਿਹੜੀ ਚੀਜ਼ਾਂ ਰਿਕਾਰਡ ਹੋ ਰਹੀਆਂ ਨੇ, ਅਸੀਂ ਉਸਨੂੰ ਅਸੀਂ ਭੁਲੇਖੇ ਵਿੱਚ ਜਾਂ ਫਿਰ ਇੰਟੈਂਸ਼ਨਲੀ ਅਸੀਂ ਉਹ ਕੰਮ ਕਰੀ ਜਾ ਰਹੇ ਹਾਂ ਜਿਸ ਤੋਂ ਉਸ ਤੋਂ ਅਸੀਂ ਦੂਰ ਦਿਨ ਬ ਦਿਨ ਦੂਰ ਹੁੰਦੇ ਜਾ ਰਹੇ ਹਾਂ। ਤੇ ਗੁਰੂ ਮਹਾਰਾਜ ਕਹਿ ਰਹੇ ਨੇ ਕਿੰਨੇ ਕਰਮ ਅਨੇਕ ਗਵਾਰ ਬਿਕਾਰ ਕਣ, ਅਸੀਂ ਬਹੁਤ ਐਸੇ ਕਰਮ ਕਮਾਨੇ ਜੋ ਸਾਨੂੰ ਪ੍ਰਭੂ ਤੋਂ ਦੂਰ ਕਰਦਾ ਹੈ। ਫਿਰ ਹੁੰਦਾ ਕੀ ਹੈ, ਮਹਾ ਦੁਰਗੰਧਤ ਵਾਸ 60 ਕਾ ਛਾਰ ਤਨ। ਫਿਰ ਹੁੰਦਾ ਕੀ ਹੈ ਕਿ ਜਿਹੜਾ ਉਸ ਕਰਮਾਂ ਦੀ ਵਜ੍ਹਾ ਨਾਲ ਸਾਡਾ ਜੀਵਨ ਜਿਹੜਾ ਗੰਦਾ ਹੋ ਜਾਂਦਾ ਹੈ, ਗੰਦਗੀ ਨਾਲ ਭਰ ਜਾਂਦਾ ਹੈ, ਵਿਕਾਰਾਂ ਨਾਲ ਭਰ ਜਾਂਦਾ ਹੈ, ਫਿਰ ਉਸ ਵਿਕਾਰਾਂ ਦੀ ਵਜ੍ਹਾ ਨਾਲ ਮਹਾ ਦੁਰਗੰਧਤ ਵਾਸ, ਜਿਹੜੀ ਇਹ ਸਰੀਰ ਹੈ ਜਿਸ ਨਾਲ ਸਾਰੇ ਕਰਮ ਕਮਾने ਨੇ, ਜੋ मीडिएटर है, जो मीडिया है, ਉਹ ਇੰਨਾ ਗੰਦਾ ਹੋ ਜਾਂਦਾ ਹੈ, ਉਹ ਇੰਨਾ ਮੈਲਾ ਹੋ ਜਾਂਦਾ ਹੈ, ਉਹ ਇੰਨਾ ਮਲੀਨ ਹੋ ਜਾਂਦਾ ਹੈ ਕਿ ਉਹਦੀ ਜਿਹੜੀ ਵੈਲਿਊ ਹੈ, ਉਹਦੀ ਜਿਹੜੀ ਤੁਲਨਾ ਹੈ ਗੁਰੂ ਮਹਾਰਾਜ ਨੇ ਉਸ ਸਵਾਲ ਨਾਲ ਕਰ ਦਿੱਤੀ। ਗੁਰੂ ਮਹਾਰਾਜ ਕਹਿੰਦੇ ਨੇ 60 ਕਾ, 60 ਹੁੰਦਾ ਹੈ ਮੂਰਖ। ਉਸ ਮੂਰਖ ਦਾ ਜਿਹੜਾ ਸਰੀਰ ਹੈ, ਉਸ ਮੂਰਖ ਦਾ ਜਿਹੜਾ ਸਰੀਰ ਹੈ ਉਹ ਇੰਨਾ ਮੈਲਾ ਹੋ ਗਿਆ, ਉਸ ਮੂਰੇ ਦੀ ਕਰਮਾਂ ਦੀ ਵਜ੍ਹਾ ਨਾਲ ਉਹ ਸਰੀਰ ਇੰਨਾ ਮੈਲਾ ਹੋ ਗਿਆ ਕਿ ਉਹ ਸਵਾ ਵਿੱਚ ਜਾ ਕੇ ਰੁਲ ਜਾਂਦਾ ਹੈ। ਭਾਵ ਉਹ ਕੋਟੀ ਬਦਲੇ ਵੀ ਨਹੀਂ ਰਹਿ ਜਾਂਦਾ, ਉਹਦੀ ਜਿਹੜੀ ਵੈਲਿਊ ਹੈ, ਉਹਦੀ ਜਿਹੜੀ ਤੁਲਨਾ ਹੈ, ਉਹ ਕੋਟੀ ਬਦਲੇ ਭਾਵ ਇੱਕ ਸਵਾ ਜਿੰਨੀ ਵੀ ਨਹੀਂ ਰਹਿ ਜਾਂਦੀ। ਕਿੱਥੇ? ਪਰਮਾਤਮਾ ਦੇ ਦੀਵਾਨ ਵਿੱਚ, ਉਸ ਪ੍ਰਭੂ ਦੇ ਦੀਵਾਨ ਵਿੱਚ, ਉਹਦੀ ਦਰਗਾਹ ਵਿੱਚ। ਪਿੱਛੇ ਗੱਲ ਦਰਗਾਹ ਦੀ ਹੋਈ ਹੈ, ਉਸੇ ਕੰਟੈਕਸਟ ਵਿੱਚ ਗੱਲ ਚੱਲ ਰਹੀ। ਉਸ ਦਰਗਾਹ ਤੇ ਉਹਦੀ ਜਿਹੜੀ ਵੈਲਿਊ ਹੈ, ਉਹਦੀ ਨਜ਼ਰਾਂ ਵਿੱਚ ਉਹਦੀ ਜਿਹੜੀ ਵੈਲਿਊ ਹੈ, ਉਹ ਇੱਕ ਸਵਾ, ਇੱਕ ਮਿੱਟੀ ਤੋਂ ਵੱਧ ਨਹੀਂ, ਇੱਕ ਕੋਡੀ ਤੋਂ ਵੱਧ ਨਹੀਂ। ਚਾਹੇ ਅਸੀਂ ਦੁਨਿਆਵੀ ਤੌਰ ਤੇ ਜਿੰਨੀ ਵੱਡੀ ਮਰਜ਼ੀ ਪਦਵੀ ਤੇ ਬੈਠੇ ਹੋਈਏ, ਚਾਹੇ ਦੁਨਿਆਵੀ ਤੌਰ ਤੇ ਵੱਡੇ ਪਦਾਰਥਾਂ ਦੇ ਮਾਲਿਕ ਹੋਈਏ, ਧਨਾੜ ਹੋਈਏ, ਬਹੁਤ ਜ਼ਿਆਦਾ ਸਾਨੂੰ ਦੁਨਿਆਵੀ ਗਿਆਨ ਹੋਵੇ, ਪਰ ਜੇ ਅੰਦਰ ਗੁਰੂ ਦਾ ਗਿਆਨ ਨਹੀਂ, ਗੁਰੂ ਦੀ ਸਿੱਖਿਆ ਨਹੀਂ, ਭੈ ਭਾਵਨੀ ਨਹੀਂ, ਤੇ ਫਿਰ ਦੁਨੀਆ ਵਿੱਚ ਅਸੀਂ ਕਰਮ ਹੀ ਕਮਾਉਣੇ। ਦੁਨਿਆਵੀ ਗਿਆਨ ਕੋਈ ਗਾਰੰਟੀ ਨਹੀਂ ਦਿੰਦਾ ਕਿ ਮਨ ਨਿਰਮਲ ਹੋਏਗਾ। ਦੁਨਿਆਵੀ ਗਿਆਨ ਕੋਈ ਗਾਰੰਟੀ ਨਹੀਂ ਦਿੰਦਾ ਕਿ ਜੀਵਨ ਸਾਫ ਸੁਥਰਾ ਹੋਏਗਾ। ਪਰ ਰੂਹਾਨੀਅਤ, ਗੁਰੂ ਦਾ ਤਤ ਗਿਆਨ ਇਹ ਗਾਰੰਟੀ ਦਿੰਦਾ ਹੈ ਕਿ ਜੇ ਉਹਨੂੰ ਸੁਣ ਕੇ ਮੰਨ ਲਿਆ, ਪ੍ਰੈਕਟਿਸ ਵਿੱਚ ਲੈ ਲਿਆ, ਤੇ ਜੀਵਨ ਨੇ ਨਿਰਮਲ ਹੋਣਾ ਹੀ ਹੋਣਾ ਹੈ। ਫਿਰ ਨਾ ਕਿਸੇ ਨਾਲ ਧੱਕਾ ਹੋਣਾ ਹੈ, ਨਾ ਵਧੀਕੀ ਹੋਣੀ ਹੈ, ਫਿਰ ਨਾ ਜੀਵਨ ਵਿੱਚ ਝੂਠ ਫਰੇਬ ਹੋਣਾ ਹੈ। ਜੀਵਨ ਉਹਦੇ ਸ਼ੁਕਰਾਨੇ ਵਿੱਚ ਵਾਹ ਵਾਹ ਕਰਦਾ ਹੀ ਚੱਲੇਗਾ। ਅਸਲੀ ਮਕਸਦ ਨੂੰ ਪਛਾਣੇਗਾ। ਦੁਰਗੰਧ ਵਾਲਾ ਇਹ ਜੀਵਨ ਤਾਂ ਹੈ ਜਦੋਂ ਕੁਕਰਮ ਨੇ, ਜਦੋਂ ਵਿਕਾਰ ਭਾਰੂ ਨੇ, ਜਦੋਂ ਗੁਰੂ ਦੀ ਸਿੱਖਿਆ ਨਹੀਂ ਹੈ, ਜਦ ਗੁਰੂ ਦਾ ਗਿਆਨ ਨਹੀਂ ਹੈ, ਗੁਰੂ ਦੀ ਪ੍ਰੀਤ ਨਹੀਂ ਹੈ, ਜਿੱਥੇ ਸਿਮਰਨ ਨਹੀਂ ਹੈ। ਕਿਉਂ ਸਿਮਰਨ ਕਿਉਂ ਨਹੀਂ ਹੈ? ਫਿਰ ਤੋਂ ਗਰਭ ਗੁਬਾਰ ਮਨਨ ਮਰਨ ਨਾ ਜਾਣਈ। ਕਿਉਂਕਿ ਇਹ ਜਿਹੜਾ ਅਸੀਂ ਘੁੰਮ ਰਹੇ ਆ ਨਾ ਆਪਣੇ ਗੁਮਾਨ ਵਿੱਚ, ਆਪਣੇ ਗਰਭ ਵਿੱਚ, ਆਪਣੇ ਅਹੰਕਾਰ ਵਿੱਚ, ਸਾਡਾ ਜੀਵਨ ਕੀ ਹੈ? ਅਸੀਂ ਉਸ ਪ੍ਰਭੂ ਨੂੰ ਵਿਸਾਰਿਆ ਤੇ ਮੈਂ ਕਰਨ ਲੱਗ ਪਏ, ਔਰ ਜਿੱਥੇ ਮੈਂ ਆ ਗਈ ਉੱਥੇ ਪ੍ਰਭੂ ਵਿਸਰ ਗਿਆ। ਹਉਮੈ ਨਾ ਉਹ ਪ੍ਰਭੂ ਵਿਸਾਰ ਦਿੱਤਾ, ਉੱਥੇ ਹਉਮੈ ਘਰ ਕਰ ਗਈ। ਜਿੱਥੇ ਹਉਮੈ ਹੈ ਉੱਥੇ ਪ੍ਰਭੂ ਦੇ ਦਰਸ਼ਨ ਨਹੀਂ ਹੋਣੇ। ਔਰ ਅਸੀਂ ਹਉਮੈ ਨੂੰ ਨਾਲ ਲੈ ਕੇ ਹੰਕਾਰ ਦੇ ਵਿੱਚ ਭਰ ਕੇ ਉਸ ਪ੍ਰਭੂ ਦੇ ਹੁਕਮ ਨੂੰ ਹੀ ਭੁੱਲ ਗਏ, ਉਸ ਦੀ ਸਿੱਖਿਆ, ਉਸ ਦੇ ਗੁਣਾਂ ਨੂੰ ਹੀ ਭੁੱਲ ਗਏ, ਉਸਨੇ ਵਿਸਾਰ ਦਿੱਤਾ। ਇੱਥੇ ਤੱਕ ਕਿ ਜਿਹੜਾ ਮਰਨਾ ਉਹ ਵੀ ਭੁਲਾ ਬੈਠੇ। ਹੁਣ ਇੱਥੇ ਮਰਨ ਦੀ ਕਿਹੜੀ ਗੱਲ ਹੈ? ਸੰਸਾਰਕ ਮਰਨ ਦੀ ਗੱਲ ਹੋ ਰਹੀ।
वो मरना भी भुल गया। साडा जीवन की रह गया? खाना पीना हंसना सोना, विसर गया है मरना। खसम विसार खुआरी की नहीं, फिर जीवन नहीं रहना, जीवन तो ये रह गया ना। तो फिर फिटकारन जोगी होया। तभी गुरु महाराज ने क्या महाद्र गंधंत वास सठ का छार तन, क्यों फिर तो गर्भ गुबार मरण ना जानई, हरिया हर चंदोरी पेक काहे सच मान। जब सारे कर्म ही गलत ने, जद जिदे नाल प्रीत बना रहे हैं वो जगह ही गलत है, रास्ता ही गलत है, दिशा ही गलत है, तो दशा कितों अच्छी हो जाएगी। दिशा जे गुरु वाली हुई, गुरु दे सन्मुख होके जीवन तैयार किया गया, ते फिर वही जड़ा दुर्गंध वाला शरीर है वो सोना हो जाएगा। वही जड़ी कोटी दी वैल्यू रखने वाला शरीर है, जीवन है, वो गुरमुख वाला जीवन हो जाएगा, उत्तम पुरख वाला जीवन हो जाएगा, साजन वाला जीवन हो जाएगा, आत्मक सुख मानेगा। जो पीछे गुरु महाराज ने किया, मैं बलिहार जाना, मैं सदके जाना उस जीवन, वो जीवन वो उत्तम अवस्था मिलनी है गुरु की शरण में जाके। जब तक गुरु तू विसार के हवाई किलियां दे पिछे दौड़ते रवांगे, जब तक जीवन गुरु नु विसार के माया दे पिछे माई रसा दे विच कच्चित रवांगे, जीवन ने असली जुगत नहीं पछाणनी, तो बिरथा ही जाना है, क्योंकि ਉਹਦੇ गुण अंदर नहीं आने, ਉਹਦੇ गुण अंदर घर नहीं करने। इस बंध विच गुरु महाराज मनुख दी मूर्खता ते हैरानी प्रकट करते कि मनुख भुलिया बैठा है उस असलियत नु, सदीवी सच नु, जिस कारण वो विकारां विच खचित होंदा जा रहा है, विकार उसते भारू होंदे जा रहे हैं। इस वजह नाल उहदे शरीर विचों उहदे जीवन विचों दुर्गंध आण लग पई है। वो हंकार दे हनेरे विच फसिया होया है, वो इत्थे तक फसिया होया है कि मौत नूं भी भुलाई बैठा है। असल रास्ता की है? गुरु महाराज समझाते ने कि रोज गुरु की बाणी गुरु दे बचना दे दीदार करने ने, विचारने ने, क्योंकि वो एक रास्ता है गुरु नाल, उस प्रभु नाल, उहदे गुणां नाल प्यार बनाने दा। तो मिलना कित्थों है, वो विचार होने कित्थे ने, वो ट्रांजैक्शन होनी कित्थे है साथ संगत विच। जब तक अंदर होमे है तब तक उस गुरु दे दीदारे नहीं होंगे। होमे दा पर्दा, अंदर बैठी जोत दे भी दर्शन नहीं होन देगा। अंदर केवल कालख ही कालख है। मारे हिस वे जन होमे बिखिया, जिन हर प्रभु मिलन ना दिते। उन्हें प्रभु नाल मिलन ही नहीं देना, उन्हें प्रभु नाल नहीं मिलन दिता। अगे कहंदे ने देह कंचन वे वन्निया, ये देह ते उस परमात्मा दी बख्शिश है जो सोने समान है, सोने जी कीमती है। इस देही को सिमरे देव, पर होया कि इन होमे मार विगुतियां, इस होमे ने इनू मैला कर दिता, गंदा कर दिता, इन्ना मैला और इन्ना गंदा कर दिता कि इहदे च दुर्गंध आन लग पई। हुण अगले बंद विच गुरु महाराज इसी शरीर की गल करदियां होया सानू सुचेत करांदे ने, आओ दर्शन करिए। समझाउंदे ने जिसकी पूजै औद तिसे कौन राखई, वैदक अनक उपाओ कहाँ लो पाखी पाखई। माफी, वैदक अनक उपाओ कहाँ लो पाखई, एको चेत गवार काज तेरे आवई, हरिया बिन नामे तन छार, बिरथा सब जावई, हरिया बिन नामे तन छार, बिरथा सब जावई। गुरु महाराज ने फैसला दे दिता है कि क्यों छार है, क्यों कोडी क्यों स्वादी तुलना की इस तन, बिन नामे तन छार, बिरथा सब जावई।
पहली पंक्ति विच ही गुरु महाराज ਜਿਹੜੇ शरीर ते ਅਸੀਂ ਮਾਨ ਕਰਨੇ ਆ ਤੇ ਜਿਸ शरीर ਵੱਲੋਂ ਅਸੀਂ ਸੋਚਦੇ ਆ ਕਿ ਅਸੀਂ ਸਾਰਾ ਕੁਝ ਕਰ ਰਹੇ ਆ, ਅਸੀਂ ਪਰਿਵਾਰ ਪਾਲ ਰਹੇ ਆ, ਅਸੀਂ ਪਰਿਵਾਰ ਨੂੰ ਸੰਭਾਲ ਰਹੇ ਆ, ਅਸੀਂ ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰ ਰਹੇ ਆ, ਅਸੀਂ ਪਦਵੀਆਂ ਹਾਸਿਲ ਕਰ ਰਹੇ ਆ। ਗੁਰੂ ਮਹਾਰਾਜ ਕਹਿੰਦੇ ਨੇ ਭਲਿਆ ਤੂੰ ਕੀ ਸੋਚ ਰਿਹਾ ਹੈ? ਕੀ ਸੋਚ ਕੇ ਤੇਰੇ ਮਨ ਵਿੱਚ ਵਿਚਾਰ ਆ ਰਿਹਾ ਹੈ? ਤੇਰਾ ਹੈ ਕੀ? ਜਿਹੜੀ ਪਹਿਲੀ ਗੱਲ ਕੀਤੀ ਪਹਿਲੇ ਬੰਦ ਵਿੱਚ ਉਹੀ ਗੱਲ ਇੱਥੇ ਆ ਰਹੀ ਹੈ। ਇੱਥੇ ਸਾਨੂੰ ਆਇਨਾ ਦਿਖਾਇਆ ਜਾ ਰਿਹਾ ਹੈ, ਸਾਨੂੰ ਸਮਝਾਇਆ ਜਾ ਰਿਹਾ ਹੈ, ਸਾਨੂੰ ਚੇਤਨ ਕਰਾਇਆ ਜਾ ਰਿਹਾ ਹੈ। ਗੁਰੂ ਮਹਾਰਾਜ ਸਮਝਾਉਂਦੇ ਨੇ ਹਾਲੇ ਵੀ ਜਾਗ ਜਾ, ਸੁੱਤਾ ਨਾ ਰਹਿ, जिसकी पूजे औद तेरे हाथ विच है। किधरे तू ये भी समझ के बैठा है, तू मौत को लाके बैठा, तू ये सोच के बैठा कि इस जीवन नू तू अपने हिसाब नाल बदल लेगा या कटा लेगा? नहीं। जिन्नी श्वासा दी पूंजी उस परमात्मा ने, उस गुरु ने तेनू बख्शी है ना, वो बख्शिश है ओदी। पहले ओदे शुकराने विच रह, वो बख्शिश है। जिन्नी श्वासा दी पूंजी उस परमात्मा, उस गुरु ने तेनू बख्शी है ना, जब वो पूरी होनी है तो फिर कोई बचाने वाला नहीं आ सकता। फिर दुनियावी कोई ताकत उसनों नहीं समझा सकती, उन संभाल नहीं सकती, उन्होंने रख नहीं सकती। जिथे ओदी समाप्ति होनी है उत्थे ही होनी है। ते गुरु महाराज कहते हैं बैदक अनक उपाओ कहाँ लो पाखई। फिर चाहे जिन्ने मर्जी तू तरीके अपना लें, जिन्ने मर्जी वैद ले आई, जिन्ने मर्जी तू वड्डे तो वड्डे डॉक्टर्स नाल कंसल्ट कर लें, जिन्ना मर्जी तू उन्हां दे नुस्खियां दे उत्ते कम कर लें, पर जिथे ओदा हुक्म है, जिथे उन्हें श्वासा दी पूंजी जिन्नी दित्ती ओ पूरी होई, उत्थे ना वैद काम आणगे, ना उन्हां दे नुस्खे, ना उन्हां दी दवाइयां, कोई चीज काम नहीं आणगियां। कहाँ लो भाखई, तेनू किसी लेवल ते किसी जगह ते बचा नहीं सकती। जिन्ना मर्जी हिकमत विद्या होए, अनेका ढंग दे नुस्खे होन, उस परमात्मा दी जिहड़ी उस परमात्मा ने उस परमात्मा ने जिहड़ी उम्र लिख दित्ती, जिन्ने श्वास लिख दित्ते, उस तो वध नहीं सकते। ते गुरु महाराज इत्थे समझा रहे ने जिसकी पुजे और जिदा टाइम आ जाए, जिदे श्वासा दी पूंजी उस हुक्म अनुसार पूरी हो जाए, उन्हें कोई नहीं बचा सकता। ना दुनियावी कोई ताकत, ना कोई दुनियावी पढ़ाई, ना कोई दुनियावी वैदिक विद्या, ना कोई डॉक्टरी, ना कोई नुस्खे, ना कोई दवाइयां, ना कोई हकीम, कोई नहीं बचा सकता। इक्को एक रास्ता है, इक्को एक रास्ता है। एको चेत गवार काज तेरे आवई, एको चेत गवार। उस इक्को नू, उस प्रभु नू, उस करतार नू, उस करता पुरख नू, उस इक ओंकार नू अपने मन विच वसा, उसनू उसदे नाल प्यार बना, उसनू हिरदे विच वसा। इत्थे ध्यान रखना है, एको चेत तो बाद विश्राम, इत्थे गलती हुई है जी। इत्थे एको चेत तो बाद फिर गवार, उस तो बाद विश्राम दी गलती है इत्थे। एको चेत गवार। हे मूर्ख मन, हे मूर्ख, तू उस परमात्मा नू उदू ओदी आराधना कर, ओनू सिमरन, ओदा सिमरन करो, ओदी याद नू मन विच वसा। इक्को एक रास्ता है जिहड़ा तेरे तेरे इत्थे भी ते उत्थे भी कम आना है। हुण चेतन दा की मतलब है, सिमरन दा की मतलब है, ओदे गुण, ओदे गुण जद मन विच वसणगे ते जीवन ने निर्मल होना है। जब निर्मल जीवन चलेगा, ओदे शुकराने विच चलेगा, ओदे हुक्म अनुसार चलेगा, ते जीवन ने दुख नहीं सेड़ने और ना दुख की चिंता रहेगी। फिर समझ आ जानी है सुख दुख इस मन की बिरता, तुझे आगे सारे। फिर समझ आ जानी है कि जीवन का असली मकसद की है। ते गुरु महाराज कहते ने जब ओदा प्यार, ओदी प्रीत, ओदे गुण अंदर वस जाणगे, ते फिर जीवन ने असली तरतीब लैनी है, वही कम आने ने, वही नाल जाना है, वही सदीवी है। मतलब ये नहीं कि तू वाहिगुरु वाहिगुरु कर या बानी पढ़ या बानी, एदा मतलब ये नहीं कि तेरी उम्र बढ़ जाएगी। हम आदमी है एकदम, मोहलत मौत न जाने।
कदों वो मौत आ जानी है, कदों किन्नी को मोहलत मिलनी है, ਉਹਨੂੰ पता है, सानू नहीं पता। ਉਹ ओनी ही रहनी है, म्याद ओनी ही रहनी है। फर्क पैना है कि जेड़ा जीवन डर सहम विच निकलेगा, जेड़ा जीवन माया विच खचित होके उस मौत ਨੂੰ ਭੁਲਾ ਕੇ ਚੱਲ ਰਿਹਾ ਹੋਏਗਾ, हर वक्त ਉਹਦੇ ਸ਼ੁਕਰਾਨੇ ਵਿੱਚ ਨਿਕਲੇਗਾ, हर वक्त ਉਹਦੇ ਹੁਕਮ ਨੂੰ ਖਿੜੇ ਮੱਥੇ ਲੈਣ ਦੀ ਤਿਆਰੀ ਵਿੱਚ ਨਿਕਲੇਗਾ, हर वक्त मौत ਲਈ, ਸੰਸਾਰਕ मौत ਲਈ ਤਿਆਰ ਬਰ ਤਿਆਰ ਰਹੇਗਾ, क्योंकि आत्मक तौर ते वो जीवन आत्मक तौर ते जिंदा होएगा, जागदा होएगा। आत्मक तौर ते जीवन का मतलब ही गुरु नाल भेदता है, गुरु नाल प्यार है, गुरु दे दर ते परवानगी है। ते गुरु महाराज इत्थे ही समझा रहे ने, एको चेत गवार काज तेरे आवई। उस पर इको तरीका है उस परमात्मा दे नाल, क्योंकि गुरु महाराज साडी बख्शिश करते ने। जीवन का असली मकसद की है, गोबिंद मिलन की है तेरी बरिया, पई परापत मानुक देहुरिया, गोबिंद मिलन की है तेरी बरिया, अवर काज तेरे किते न काम, मिल साध संगत पज केवल नाम। इको एक तरीका है। और जुगत की है गुरु नहीं जन्म अकारत की। गुरु महाराज अगे वही कह रहे हैं, हरिया बिन नावे तन चार, बिरथा सब जावई। गुण गोबिंद गायो नहीं जन्म कारण की। जब तक ओदे गुण ही जीवन विच नहीं धारण कीते, ओदी याद धारण नहीं कीते, जीवन ते बिरथा कर लिया, जीवन नू बेकार कर लिया। क्योंकि मानस जन्म विलंब है, पर समझ किन्नू आई? गुरमुख पाया, जेड़े गुरु दी शरण विच आके गुरु दी सिक्ख्या लैके त्यार बर त्यार होए, जीवन नू जिन्हां ने तरतीब दित्ती, गुरु दे शुकराने विच जीवन लैके आए, उन्हां नू ही समझ आया है। नहीं तो मानुक जन्म विलंब है, नाम बिना सब बिरथा जाए। जीवन ते दुलंब है, पर समझ नहीं आती, क्योंकि माइक रसा विच मन खचित है। गुरु महाराज ते कहंदे ने, ते ही गुर सेवा ते भगत कमाई, तब यह मानस दे ही पाए। पर दुर्गंध क्यों आंदी है? क्योंकि वो मैला होया पिया। गुरु महाराज साडे ते बख्शिश कर रहे हैं, इस बात राही समझा रहे हैं कि मूर्ख मनुख नू परमात्मा दा नाम सिमरन दी ताकीद समझ आनी चाहिए। बार बार सिमरन दा मनोरथ समझा रहे हैं। असी जीवन दी लंबी आस करते हैं, अरदासा करते हैं, जीवन दी लंबी आस गुरमत नहीं। मांगना मांगन निका, हर जस गुरते मांगना, ओदी सिफत सलाह नाल जुड़न दी गल मननी है। और जो ही हमेशा ओदे प्यार दी होनी चाहिए है, और जो ही हमेशा ओदी कृपा दी होनी चाहिए है, ओदी रहमत दी होनी चाहिए है। क्योंकि जीवन का असली मकसद ही उस प्रभु दे नाल भेद होना है। चेतना है तो चेतन है, निस्दिन मैं प्राणी, छिन छिन ओद बिहात है, छूटे कट जो पानी, फूटे कट जो पानी माफी चाहे। जिस तरह घड़ा टुटिया होया, घड़े चो पानी निकलता जा रहा है, जीवन का उस तरह का समा खत्म होता जा रहा है। ये ना सोची कि हाले बहुत समा पिया है, और ये ना सोची कि अरदासा करके समा वधा लांगे। हर बंदे आंखें ढिल ना कीजिए, मेरी जिंदड़ी है मत के जापे सा आवे के ना आवे। पता नहीं कदों ये सा खत्म हो जाए, कदों ये समा खत्म हो जाए। सा वेला सो मूरत, सा कड़ी सो मोहत, सफल है मेरी जिंदड़ी है जित हर मेरा चित आवे राम। गुरु महाराज कहते ने, एको चेत कर काज तेरे आवे। हर वो वेला, हर वो समा सुहावना हो जाए जिथे उस गुरु की याद मन विच वसी हो, जिथे ओदे प्यार की गल हो रही हो, जिथे ओदा शुकराना मन विचों निकल रहा हो, जिथे अंदरों वाह वाह हो रही हो, जिथे जीवन का बल ही हार के ओदे अगे सदके जाए, ओनू सदके जाए। वो है जीवन की असली सिमरन की अवस्था। गुरु महाराज इत्थे सिमरन की अवस्था, सिमरन का मनोरथ
ਸਮਝਾ ਰਹੇ ਨੇ, ਬਾਰ-ਬਾਰ ਸਾਨੂੰ ਸੁਚੇਤ ਕਰ ਰਹੇ ਨੇ, ਸਮਝਾ ਰਹੇ ਨੇ ਕਿ ਭਾਈ ਜਿੰਨੀ ਜਲਦੀ ਹੋ ਸਕੇ उस परमात्मा ਨਾਲ अपना प्यार बना, भजो गोविंद भूल मत जा, मानस जन्म का यही था। गुरु महाराज बख्शिश कर रहे हैं, समझा रहे हैं, आओ रल मिल के गुरु महाराज के अरदास करिए, अर्जोई करिए, झोली फैलाइए कि अपने दर कर दा कुकर बनाइए। आओ अरदास करिए, गुरा एक देह बुझाई, सबना जिया का एक दाता, सो मैं विसर न जाई। इन्हीं को अरदास भुला चुका दी कि मां इन्हीं को वचन प्रवान करना जी। आओ गुरु दी प्यारी फतेह दी सांझ पाइए। वाहिगुरु जी का खालसा, वाहिगुरु जी की वाहिगुरु जी की फतेह। बहुत बहुत धन्यवाद ਚਰਨਜੀਤ ਸਿੰਘ ਜੀ ਦਾ। ਸੋ ਅੱਜ ਦੀ ਕਲਾਸ ਨਾਲ ਸੰਬੰਧਿਤ ਕਿਸੇ ਸੱਜਣ ਦਾ ਕੋਈ ਸਵਾਲ ਹੋਵੇ ਤਾਂ ਹੈਂਡ ਰੇਜ਼ ਕਰ ਲਓ ਜੀ। ਸਰ ਫੁੱਲਾ ਸਿੰਘ ਜੀ।